ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ। ਗੁਰਪੂਰੈ ਤੂੰ ਰਾਖਿਆ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੋ, ਗੁਰਬਾਣੀ ਗੁਰਬਾਣੀ ਗਾਵੋ। ਗੁਰਬਾਣੀ ਗੁਰਬਾਣੀ ਗਾਵੋ, ਗੁਰਬਾਣੀ ਗੁਰਬਾਣੀ ਗਾਵੋ। ਗੁਰਬਾਣੀ ਗੁਰਬਾਣੀ ਗਾਵੋ, ਗੁਰਬਾਣੀ ਗੁਰਬਾਣੀ ਗਾਵੋ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ। आवो सिख सतगुरु के प्यारे हो, गावो सच्ची बाणी। बाणी तां गावो गुरु केरी, बाणिया सिर बाणी। तुर की बाणी आई, तिन सगली चिंत मिटाई। दयाल पुरख मेहरबाना, हर नानक साच बखाना। गावो सच्ची बाणी, आवो सिख सतगुर के प्यारिओ। गावो सच्ची बाणी, आवो सिख सतगुर के प्यारिओ।
गावो सच्ची बाणी आवो सिख सतगुर के प्यारियो। गावो सच्ची बाणी आवो सिख सतगुर के प्यारियो। सिख सतगुर के प्यारियो सिख सतगुर के प्यारियो। सिख सतगुर के प्यारियो गावो सिख सतगुर के प्यारियो। गावो सच्ची बाणी आवो सिख सतगुर के प्यारियो। गावो सच्ची बाणी आवो सिख सतगुर के प्यारियो। गावो सिख सतगुर के प्यारे हो गावो सच्ची बाणी। गावो गुरु केरी बाणी आसिर बाणी। जुगो जुग अटल चवर तख्त दे मालक गुरगद्दी ते विराजमान प्रतख सतगुरु सारी दुनिया के सांझे रहबर दसां पातशाहियां दे आत्मिक स्वरूप साहिब श्री गुरु ग्रंथ साहिब जी के चरणों में जुड़ बैठी गुरु रूप गुरु प्यारी गुरु सवारी साध संगत जी रसना नूं पवित्र करो। गज वज की फतेह का उच्चारण करो। कोई भी रसना वांझी ना रवे। सारे आखो जी वाहिगुरु जी का खालसा वाहिगुरु जी की फतेह। बड़ी ही कृपा सतगुरु महाराज जी ने की है। सत संगत दियां घड़ियां गुरु चरणों में बह के लाहा प्राप्त करन दियां प्राप्त होइयां ने। गुरु महाराज जी ने साडे ते बड़ी ही कृपा बख्शिश की है। सेवक परिवार ने बड़ा सोहना उद्यम उपराला हर साल की तरह किया है। सानू तुहानू जोड़न वास्ते गुरु साहब जी दे नाल साडे भले की खातर हर साल की तरह ये सोहना समागम जिहड़ा है ये रखा गया है। उद्यम जिहड़ा है वो एक बंदा करदा है। एक बंदे दे कीते हुए उद्यम तो अनेकां ही लाहा प्राप्त कर जांदे है। पुराने समयां दे विच खूह लगाए जांदे सी, नलके लगाए जांदे सी राहां च। वो उपराला एक अद्धा बंदा ही करदा सी। एक अद्धे बंदे दे कीते पुराले तो कितने ही मनुख किन्ने बंदे जिहड़े ने उन्हां खूहां तो पानी पींदे, नलकियां तो पानी पींदे। इनू परोपकार कहंदे ने। एक हुंदा है उपकार, दूसरा हुंदा है परोपकार। दोनों दे विच अंतर है। उपकार दे विच ते परोपकार दे विच अंतर है। अखरां दे भी अंतर है, इहदे भाव अर्थ विच भी फर्क है।
ਉਪਕਾਰ ਉਹਨੂੰ ਕਹਿੰਦੇ ਨੇ ਜਿਹੜਾ ਆਪਣੇ ਤੇ ਕੀਤਾ ਜਾਵੇ। ਅਸੀਂ ਸਾਰੇ ਉਪਕਾਰ ਕਰਦੇ ਹਾਂ ਆਪਣੇ ਬੱਚਿਆਂ ਤੇ, ਉਹਨਾਂ ਨੂੰ ਪਾਲਦੇ ਹਾਂ, ਪੜ੍ਹਾਉਂਦੇ ਹਾਂ, ਚੰਗੇ ਕਾਰੋਬਾਰਾਂ ਦੇ ਉੱਤੇ ਸੈੱਟ ਕਰਦੇ ਹਾਂ ਆਪਣੇ ਬੱਚਿਆਂ ਨੂੰ। ਆਪਾਂ ਇਹਨੂੰ ਉਪਕਾਰ ਕਹਿੰਦੇ ਹਾਂ, ਜਿਹੜਾ ਆਪਣਿਆਂ ਤੇ ਕੀਤਾ ਜਾਵੇ। ਇੱਕ ਹੁੰਦਾ ਪਰਉਪਕਾਰ, ਜਿਹੜਾ ਦੂਸਰਿਆਂ ਤੇ ਕੀਤਾ ਜਾਵੇ, ਜਿਹੜਾ ਦੂਸਰਿਆਂ ਤੇ ਕੀਤਾ ਜਾਵੇ। ਇਹ ਉਪਕਾਰ ਹੈ, ਪਰਉਪਕਾਰ ਹੈ। ਇੱਕ ਬੰਦੇ ਦੇ ਉਪਰਾਲੇ ਦੇ ਨਾਲ ਕਿਤਨੇ ਜਣਿਆਂ ਨੂੰ ਲਾਹਾ ਪ੍ਰਾਪਤ ਹੋ ਰਿਹਾ ਹੈ। ਇਹਨੂੰ ਪਰਉਪਕਾਰ ਕਹਿੰਦੇ ਹਾਂ, ਦੂਸਰਿਆਂ ਤੇ ਉਪਕਾਰ। ਇਹਨੂੰ ਕਹਿੰਦੇ ਨੇ ਜੋੜਨਾ। ਜਦੋਂ ਆਪਾਂ ਸੰਗਤ ਦੇ ਵਿੱਚ ਆਉਂਦੇ ਆ ਨਾ, ਜਦੋਂ ਇੱਕ ਵੀ ਬੰਦੇ ਨੂੰ ਆਪਾਂ ਸੰਗਤ 'ਚ ਲੈ ਆਈਏ, ਉਹਦਾ ਬਹੁਤ ਭਾਰੀ ਫਲ ਸਾਡੀ ਝੋਲੀ 'ਚ ਪੈਂਦਾ। ਇੱਕ ਬੰਦੇ ਨੂੰ ਗੁਰੂ ਦੇ ਘਰ ਨਾਲੋਂ ਤੋੜ ਦਿਓ, ਉਹਦੇ ਵਰਗਾ ਪਾਪ ਕੋਈ ਨਹੀਂ। ਇੱਕ ਟੁੱਟੇ ਹੋਏ ਬੰਦੇ ਨੂੰ ਗੁਰੂ ਘਰ ਦੇ ਨਾਲ, ਬਾਣੀ ਨਾਲ ਜੋੜ ਦਿਓ, ਇਹਦੇ ਵਰਗਾ ਪੁੰਨ ਕੋਈ ਨਹੀਂ। ਬਹੁਤ ਵੱਡਾ ਪੁੰਨ ਹੈ। ਸੋ ਸੇਵਕਾਂ ਦੇ ਉਪਰਾਲੇ ਦੇ ਸਦਕਾ ਆਪਾਂ ਸਾਰੇ ਲਾਹਾ ਪ੍ਰਾਪਤ ਕਰ ਰਹੇ ਹਾਂ। ਦੂਸਰੇ ਦਿਨਾਂ ਦੇ ਸੰਧਿਆ ਵੇਲੇ ਦੀ ਦੀਵਾਨ ਦੇ ਵਿੱਚ ਆਪਾਂ ਸਾਰੇ ਲਾਹਾ ਪ੍ਰਾਪਤ ਕਰ ਰਹੇ ਹਾਂ। ਸੋਧਾਰ ਸਾਹਿਬ ਸ੍ਰੀ ਰਹਿਰਾਸ ਸਾਹਿਬ ਜੀ ਦੀ ਬਾਣੀ ਦੇ ਪਾਠ, ਆਰਤੀ ਦੇ ਜਾਪ, ਸ਼ਬਦ ਕੀਰਤਨ, ਕੁਝ ਕੁ ਸਮਾਂ ਆਪਣਾ ਜਿਹੜਾ ਬਾਕੀ ਰਹਿੰਦਾ ਇਹਨੂੰ ਸਫਲ ਕਰਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਗੁਰੂ ਦੀ ਬਾਣੀ ਤੋਂ, ਗੁਰੂ ਦੇ ਇਤਿਹਾਸ ਤੋਂ, ਗੁਰੂ ਦੇ ਸ਼ਬਦ ਤੋਂ ਕੁਝ ਨਾ ਕੁਝ ਲਾਹਾ ਪ੍ਰਾਪਤ ਕਰੀਏ। ਗੁਰੂ ਸਾਹਿਬਾਨਾਂ ਨੇ ਸਾਨੂੰ ਤੁਰਕੀ ਬਾਣੀ ਜਿਹੜੀ ਹੈ ਇਹ ਬਖਸ਼ਿਸ਼ ਕੀਤੀ ਹੈ। ਬਾਣੀ ਇੱਕ ਜਹਾਜ਼ ਰੂਪ ਹੈ। ਬਾਣੀ ਇੱਕ ਐਸਾ ਸਾਧਨ ਹੈ ਜਿਹਦੇ ਨਾਲ ਜੁੜ ਕੇ ਅਸੀਂ ਆਪਣਾ ਲੋਕ ਤੇ ਪਰਲੋਕ ਸਵਾਰ ਸਕਦੇ ਹਾਂ। ਬਾਣੀ ਦੇ ਜਹਾਜ਼ ਉੱਤੇ ਚੜ੍ਹ ਕੇ ਅਸੀਂ ਸੁਰਤ ਦੀਆਂ ਮੰਡਲਾਂ ਨੂੰ ਉੱਚਾ ਕਰ ਸਕਦੇ ਹਾਂ। ਆਪਣੇ ਆਤਮਿਕ ਜੀਵਨ ਨੂੰ ਅਸੀਂ ਸੁਚੱਜਾ ਬਣਾ ਸਕਦੇ ਹਾਂ। ਜਦੋਂ ਸਾਡਾ ਆਤਮਿਕ ਜੀਵਨ ਸੁਚੱਜਾ ਹੋਵੇਗਾ ਤੇ ਸਾਡਾ ਜਿਹੜਾ ਸਮਾਜਿਕ ਜੀਵਨ ਹੈ ਉਹ ਵੀ ਸੋਹਣਾ ਬਣ ਜਾਵੇਗਾ। ਆਤਮਿਕ ਜੀਵਨ ਦੇ ਨਾਲ ਹੀ ਸਮਾਜਿਕ ਜੀਵਨ ਹੈ। ਆਪਾਂ ਸਮਾਜ ਵਿੱਚ ਉਸ ਢੰਗ ਦੇ ਨਾਲ ਵਿਚਰਦੇ ਹਾਂ ਜਿਵੇਂ ਸਾਡਾ ਅੰਦਰ ਦਾ ਜੀਵਨ ਹੈ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ। ਜਿਹੋ ਜੀ ਵਸਤੂ ਸਾਡੇ ਅੰਦਰ ਹੈ ਉਹੋ ਜੀ ਵਸਤੂ ਅਸੀਂ ਬਾਹਰ ਕੱਢਦੇ ਹਾਂ। ਸਾਡੇ ਬਾਹਰੀ ਬੋਲ ਚਾਲ, ਸਾਡੀ ਰਹਿਣੀ ਬਹਿਣੀ ਇਹ ਮੈਟਰ ਕਰਦੀ ਹੈ ਕਿ ਸਾਡੇ ਅੰਦਰ ਕੀ ਹੈ। ਜਦੋਂ ਸਾਡਾ ਅੰਦਰ ਸਾਧ ਸੰਗਤ ਜੀ ਚੰਗਾ ਬਣ ਜਾਵੇਗਾ, ਬਾਹਰੋਂ ਸਾਨੂੰ ਸੋਹਣੇ ਬਣਨ ਦੀ, ਚੰਗੇ ਬਣਨ ਦੀ ਲੋੜ ਹੀ ਨਹੀਂ ਪੈਣੀ। ਆਪਣੇ ਆਪ ਹੀ ਅਸੀਂ ਬਾਹਰੋਂ ਸੋਹਣੇ ਬਣ ਜਾਵਾਂਗੇ, ਚੰਗੇ ਬਣ ਜਾਵਾਂਗੇ। ਇਸ ਵਾਸਤੇ ਆਤਮਿਕ ਜੀਵਨ ਬੜਾ ਹੀ ਜ਼ਰੂਰੀ ਹੈ। ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਆਤਮਿਕ ਜੀਵਨ ਤੇ ਧਿਆਨ ਦੇਣ ਦੇ ਬਾਰੇ ਸਤਿਗੁਰੂ ਜੀ ਨੇ ਦੱਸਿਆ। ਔਰ ਬਾਣੀ ਦਾ ਇੱਕ ਐਸਾ ਜਹਾਜ਼ ਗੁਰਸਿੱਖਾਂ ਤਾਈਂ ਬਖਸ਼ਿਸ਼ ਕੀਤਾ ਹੈ, ਜਿਸ ਬਾਣੀ ਦੇ ਲੜ ਲੱਗ ਕੇ ਅਸੀਂ ਆਪਣੇ ਆਤਮਿਕ ਜੀਵਨ ਨੂੰ ਸਵਾਰ ਸਕਦੇ ਹਾਂ ਜਿਹੜਾ ਵਿਗੜਿਆ ਪਿਆ। ਬਾਬਾ ਹਰੀ ਸਿੰਘ ਨੇ ਸ਼ਬਦ ਪੜ੍ਹ ਰਹੇ ਸਨ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਗੁਰੂ ਜੀ ਦੇ ਨਾਮ ਤੋਂ ਬਗੈਰ, ਪਰਮੇਸ਼ਰ ਦੇ ਨਾਮ ਤੋਂ ਬਗੈਰ, ਗੁਰੂ ਦੇ ਉਪਦੇਸ਼ ਤੋਂ ਬਗੈਰ, ਬਾਣੀ ਤੋਂ ਬਗੈਰ
ਜਿਹੜੀਆਂ ਸਾਡੀਆਂ ਕੀਤੀਆਂ ਹੋਸ਼ੀਆਂ ਗੱਲਾਂ ਨੇ ਉਹ ਕਿਸੇ ਕੰਮ ਨਹੀਂ ਹਨ। ਗੁਰੂ ਦੇ ਰਾਹ ਤੇ ਤੁਰ ਕੇ ਹੀ ਸਾਡਾ ਆਤਮਿਕ ਜੀਵਨ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਬਾਣੀ ਬਖਸ਼ੀ। ਇਸ ਬਾਣੀ ਨੂੰ ਪੜ੍ਹ ਕੇ, ਇਸ ਬਾਣੀ ਨੂੰ ਸੁਣ ਕੇ, ਇਸ ਬਾਣੀ ਨੂੰ ਗਾ ਕੇ, ਇਸ ਬਾਣੀ ਦੇ ਉੱਤੇ ਚੱਲ ਕੇ ਅਸੀਂ ਆਪਣੇ ਆਤਮਿਕ ਜੀਵਨ ਨੂੰ ਚੰਗਾ ਬਣਾ ਸਕਦੇ ਹਾਂ, ਜਿਹਦੇ ਨਾਲ ਸਾਡਾ ਬਾਹਰੀ ਸਮਾਜਿਕ ਜੀਵਨ ਚੰਗਾ ਬਣੇਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੈ ਤੂੰ ਰਾਖਿਆ। ਗੁਰੂ ਅਮਰਦਾਸ ਜੀ ਦੇ ਵਚਨ ਆਪਾਂ ਸਾਂਝੇ ਕੀਤੇ ਨੇ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕਿ ਗੁਰੂ ਕੇ ਸਿੱਖੋ, ਗੁਰੂ ਦੇ ਦਰਬਾਰ ਵਿੱਚ ਆਓ, ਗੁਰੂ ਦੇ ਚਰਨਾਂ 'ਚ ਬੈਠੋ। ਗੁਰੂ ਦੇ ਚਰਨਾਂ ਵਿੱਚ ਬਹਿ ਕੇ ਕੀ ਕਰੋ? ਗਾਵੋ ਸੱਚੀ ਬਾਣੀ। ਗੁਰੂ ਦੀ ਸੱਚੀ ਬਾਣੀ ਨੂੰ ਆਪਣੇ ਮੁਖ ਦੁਆਰਾ, ਆਪਣੀ ਜੀਭ ਦੁਆਰਾ, ਆਪਣੀ ਰਸਨਾ ਦੁਆਰਾ ਗਾਵੋ। ਬਾਣੀ ਤਾਂ ਗਾਵੋ ਗੁਰੂ ਕੇਰੀ, ਉਹ ਬਾਣੀ ਗਾਵੋ ਜਿਹੜੀ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਐਸੀ ਬਾਣੀ ਬਾਣੀਆਂ ਸਿਰ ਬਾਣੀ, ਐਸੀ ਬਾਣੀ ਨੂੰ ਗਾਓ ਜਿਹੜੀ ਬਾਣੀਆਂ ਸਿਰ ਬਾਣੀ ਹੈ। ਭਾਵ ਦੁਨੀਆ ਦੀਆਂ ਸਾਰੀਆਂ ਬਾਣੀਆਂ ਗੁਰਬਾਣੀ ਦੇ ਅੱਗੇ ਬਿਲਕੁਲ ਜ਼ੀਰੋ ਨੇ। ਬਾਣੀਆਂ ਸਿਰ ਬਾਣੀ ਭਾਵ ਮਹਾਬਾਣੀ, ਜਿਹਨੂੰ ਸਤਿਗੁਰੂ ਜੀ ਨੇ ਕਿਹਾ ਧੁਰ ਕੀ ਬਾਣੀ ਆਈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਰੱਬੀ ਬਾਣੀ, ਉਹ ਅਕਾਲੀ ਬੋਲ, ਸੱਚਖੰਡ ਦੇ ਬੋਲ, ਜਿਹੜੇ ਬੋਲ ਤਿੰਨਾਂ ਕਾਲਾਂ ਵਿੱਚ ਸੱਚ ਨੇ। ਉਹ ਗੁਰਬਾਣੀ ਦੇ ਬੋਲ, ਜਿਨ੍ਹਾਂ ਗੁਰਬਾਣੀ ਦੇ ਬੋਲਾਂ ਦੇ ਉੱਤੇ ਰੰਚਕ ਮਾਤਰ ਵੀ ਕੋਈ ਚੈਲੰਜ ਨਹੀਂ ਕੀਤਾ ਜਾ ਸਕਦਾ। ਇੱਕਦਮ ਸੱਚੇ ਬੋਲ, ਸੱਤ ਦੇ ਬੋਲ। ਐਸੀ ਬਾਣੀ ਨੂੰ, ਬਾਣੀਆਂ ਸਿਰ ਬਾਣੀ ਨੂੰ ਗੁਰੂ ਅਮਰਦਾਸ ਕਹਿੰਦੇ ਨੇ, ਗੁਰੂ ਕੇ ਸਿੱਖੋ, ਗੁਰੂ ਦੇ ਦਰਬਾਰ ਵਿੱਚ ਆ ਕੇ ਗਾਵੋ। ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਜਿਨ੍ਹਾਂ ਦੇ ਭਾਗ ਚੰਗੇ ਨੇ, ਗੁਰੂ ਸਾਹਿਬ ਕਹਿੰਦੇ, ਉਹਨਾਂ ਦੇ ਹਿਰਦਿਆਂ ਵਿੱਚ ਬਾਣੀ ਉਤਰਦੀ ਹੈ। ਬਾਣੀ ਹਿਰਦੇ ਵਿੱਚ ਉਤਰ ਜਾਣੀ। ਬਹੁਤ ਕਿਰਪਾ ਗੁਰੂ ਸਾਹਿਬ ਜੀ ਦੀ ਜਿਸ ਸਿੱਖ ਦੇ ਉੱਤੇ ਹੋਵੇ, ਉਹਦੇ ਹਿਰਦੇ 'ਚ ਬਾਣੀ ਉਤਰਦੀ ਹੈ। ਆਪਾਂ ਜਿੰਨੇ ਵੀ ਆਪਾਂ ਮੂੰਹ ਤੋਂ ਪੜ੍ਹਨ ਵਾਲੇ ਹਾਂ, ਅਸੀਂ ਮੁਖ ਤੋਂ ਪੜ੍ਹਨ ਵਾਲੇ ਹਾਂ। ਜਿਨ ਕੋ ਨਦਰ, ਜਿਨ੍ਹਾਂ ਉੱਤੇ ਗੁਰੂ ਦੀ ਨਜ਼ਰ ਹੋ ਜੇ, ਕਿਰਪਾ ਹੋ ਜੇ, ਜਿਨ੍ਹਾਂ ਦੇ ਕਰਮ ਸਵੱਲੇ ਬਣ ਜਾਣ, ਚੰਗੇ ਬਣ ਜਾਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ, ਹਿਰਦੈ ਤਿਨਾ ਸਮਾਣੀ। ਇਹ ਬਾਣੀ ਉਹਨਾਂ ਦੇ ਹਿਰਦੇ ਵਿੱਚ ਘਰ ਕਰ ਜਾਂਦੀ, ਜਿਨ੍ਹਾਂ ਦੇ ਕਰਮ ਜਾਗਣ ਤੇ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜੇ। ਤੇ ਸਤਿਗੁਰੂ ਕਹਿੰਦੇ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਸਾਰੰਗ ਪਾਣੀ ਪਰਮੇਸ਼ਰ ਵਾਹਿਗੁਰੂ ਜੀ ਨੂੰ ਸਦਾ ਜਪਦੇ ਰਹੋ। ਅੰਮ੍ਰਿਤ ਬਾਣੀ ਨੂੰ ਪੀਵੋ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ। ਗੁਰੂ ਸਾਹਿਬ ਕਹਿੰਦੇ, ਤੇਰੀ ਅੰਮ੍ਰਿਤ ਵਰਗੀ ਬਾਣੀ ਐਸੀ ਹੈ, ਜਿਹਨੂੰ ਸੁਣ ਸੁਣ ਕੇ ਮੈਨੂੰ ਉਹ ਲੱਗਦਾ ਵੀ ਮੇਰਾ ਪਾਰ ਉਤਾਰਾ ਹੋ ਰਿਹਾ ਹੈ। ਸਾਰੇ ਗੱਜ ਕੇ ਤਿੰਨਾਂ ਹਾਸਿਆਂ 'ਚ ਪੜਿਓ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਹੋਵੇ ਪਰਮ ਗਤ ਮੇਰੀ।
ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਬਾਣੀ ਪੜਿਆ ਕਰੋ ਜੀ, ਬਾਣੀ ਸੁਣਿਆ ਕਰੋ। ਬਾਣੀ ਪੜਿਆ ਕਰੋ ਜੀ, ਬਾਣੀ ਸੁਣਿਆ ਕਰੋ। ਸਤਿਗੁਰ ਆਪੇ ਪਾਰ ਲਗਾਉਂਦੇ, ਸਤਿਗੁਰ ਆਪੇ ਪਾਰ ਲਗਾਉਂਦੇ। ਬਾਣੀ ਸੁਣਿਆ ਕਰੋ ਜੀ, ਸਤਿਗੁਰ ਆਪੇ ਪਾਰ ਲਗਾਉਂਦੇ। ਬਾਣੀ ਪੜਿਆ ਕਰੋ, ਸਤਿਗੁਰ ਆਪੇ ਪਾਰ ਲਗਾਉਂਦੇ। ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੈ ਤੂੰ ਰਾਖਿਆ। ਐਸਾ ਇਹ ਬਾਣੀ ਦਾ ਜਹਾਜ਼ ਗੁਰੂ ਸਾਹਿਬ ਜੀ ਨੇ ਸਿੱਖਾਂ ਤਾਈਂ ਬਖਸ਼ਿਸ਼ ਕੀਤਾ। ਜਿਸ ਬਾਣੀ ਨੂੰ ਪੜ੍ਹ ਕੇ, ਜਿਸ ਬਾਣੀ ਨੂੰ ਸੁਣ ਕੇ ਅਸੀਂ ਆਪਣੇ ਜੀਵਨ ਨੂੰ ਤਰੱਕੀਆਂ ਵਿੱਚ ਲਿਜਾ ਸਕਦੇ ਹਾਂ। ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਆਪਣੀ ਬਿਰਤੀ ਲੈ ਕੇ ਜਾਓ। ਉਹ ਮਹਾਨ ਧਰਤੀ ਜਿਸ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਹਾੜੀ ਰਾਜਿਆਂ ਤੋਂ ਮੁੱਲ ਖਰੀਦ ਕੇ ਉਸ ਧਰਤੀ ਨੂੰ ਵਸਾਇਆ, ਚੱਕ ਮਾਤਾ ਨਾਨਕੀ ਰੱਖਿਆ। ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਉਪਰੰਤ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਧਰਤੀ ਨੂੰ ਹੋਰ ਨਿਵਾਜਿਆ। ਇਸ ਧਰਤੀ ਤੇ ਹੋਰ ਰੌਣਕਾਂ ਲਗਾਈਆਂ ਤੇ ਇਸ ਧਰਤੀ ਦਾ ਨਾਂ ਸ਼੍ਰੀ ਗੁਰੂ ਕਲਗੀਧਰ ਸਾਹਿਬ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਰੱਖਿਆ। ਉਹ ਧਰਤੀ ਜਿੱਥੇ ਸਦਾ ਸਦਾ ਵਾਸਤੇ ਆਨੰਦ ਹੀ ਵਰਤਦਾ। ਅੱਜ ਵੀ ਜੇਕਰ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਓ, ਉੱਥੇ ਜਾ ਕੇ ਸਾਧ ਸੰਗਤ ਜੀ ਆਨੰਦ ਹੀ ਆਨੰਦ ਵਰਤਦਾ ਹੈ। ਗੁਰੂ ਕਲਗੀਧਰ ਮਹਾਰਾਜ ਜੀ ਦਸਵੇਂ ਗੁਰੂ ਸਾਹਿਬ ਜੀ ਦੇ ਰੂਪ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸੰਗਤਾਂ ਨੂੰ ਉਤਾਰ ਰਹੇ ਹੈ। ਬੜੀਆਂ ਦੂਰ ਦਰਾਡਿਆਂ ਤੋਂ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ, ਗੁਰੂ ਜੀ ਦਾ ਉਪਦੇਸ਼ ਸੁਣਨ ਵਾਸਤੇ, ਗੁਰੂ ਜੀ ਦਾ ਉਪਦੇਸ਼ ਕਮਾਉਣ ਵਾਸਤੇ ਗੁਰੂ ਕੀਆਂ ਸੰਗਤਾਂ ਆਉਂਦੀਆਂ। ਅਸੀਂ ਵੀ ਸਾਸਨੀ ਗੁਰੂ ਕਾ ਹਰ ਇੱਕ ਸਿੱਖ ਗੁਰੂ ਦੇ ਦਰਬਾਰ ਵਿੱਚ ਗੁਰੂ ਦੀ ਸੁਣਨ ਵਾਸਤੇ ਆਉਂਦਾ ਹੈ। ਆਪਾਂ ਵੀ ਜੇਕਰ ਆਏ, ਆਪਾਂ ਗੁਰੂ ਜੀ ਦੀ ਸੁਣਨ ਵਾਸਤੇ ਆਏ, ਆਪਣੀ ਨਹੀਂ ਅਸੀਂ ਸੁਣਾਉਣ ਆਏ, ਇੱਥੇ ਗੁਰੂ ਦੀ ਸੁਣਨ ਵਾਸਤੇ ਆਏ। ਜਦੋਂ ਵੀ ਗੁਰੂ ਦੇ ਚਰਨਾਂ ਚ ਆਈਏ, ਇੱਥੇ ਗੁਰੂ ਦੀ ਸੁਣੀਏ, ਕਿਉਂਕਿ ਗੁਰੂ ਦੀ ਸੁਣ ਕੇ ਹੀ ਸਾਡਾ ਪਾਰ ਉਤਾਰਾ ਹੋਵੇ। ਤੇ ਬੜੀਆਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਕਲਗੀਧਰ ਜੀ ਦੇ ਦੀਦਾਰ ਕਰਨ। ਉਪਦੇਸ਼ ਗੁਰੂ ਸਾਹਿਬ ਜੀ ਦਾ, ਗੁਰੂ ਸਾਹਿਬ ਦੇ ਪਵਿੱਤਰ ਮੁਖਾਰਬਿੰਦ ਤੋਂ ਸੁਣਦੀਆਂ ਸੰਗਤਾਂ।
ਨਿਤ ਨਵਾਂ ਉਪਦੇਸ਼ ਹੈ ਗੁਰੂ ਜੀ ਦਾ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਗੁਰੂ ਸਾਹਿਬ ਜੀ ਰੋਜ਼ ਸਾਨੂੰ ਨਿਤ ਨਵਾਂ ਉਪਦੇਸ਼ ਦਿੰਦੇ। ਗੁਰੂ ਜੀ ਦੇ ਰੋਜ਼ ਦੇ ਉਪਦੇਸ਼ ਦੇ ਵਿੱਚ ਕੁਝ ਨਵਾਂ ਹੈ, ਨਵੀਂ ਜ਼ਿੰਦਗੀ ਹੈ, ਨਵੇਂ ਖਿਆਲ ਨੇ, ਨਵਾਂ ਜੀਵਨ ਹੈ ਗੁਰੂ ਜੀ ਦੇ ਬਚਨਾਂ 'ਚ। ਰੋਜ਼ ਹੀ ਗੁਰੂ ਜੀ ਦੇ ਬਚਨ ਸਾਨੂੰ ਕੁਝ ਨਵਾਂ ਸਿਖਾਉਂਦੇ ਆ, ਜੀਵਨ ਦਾ ਨਵਾਂ ਰਾਹ ਦਿੰਦੇ ਆ। ਸਤਿਗੁਰੂ ਜੀ ਰੋਜ਼ ਗੁਰਸਿੱਖਾਂ ਤਾਈਂ ਉਪਦੇਸ਼ ਦਿੰਦੇ। ਬੜੇ ਪਿਆਰ ਦੇ ਵਿੱਚ ਗੁਰੂ ਕੀਆਂ ਸੰਗਤਾਂ ਗੁਰੂ ਕਲਗੀਧਰ ਜੀ ਦੇ ਉਪਦੇਸ਼ ਨੂੰ ਸੁਣਦੀਆਂ। ਜਿਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਹੈ, ਭਾਵਨਾ ਹੈ, ਉਹ ਗੁਰੂ ਦੇ ਉਪਦੇਸ਼ ਨੂੰ ਬੜੀ ਗੌਰ ਨਾਲ ਸੁਣਨਗੇ। ਜਿਵੇਂ ਟੀਚਰ ਦੀ ਗੱਲ, ਜਿਹੜੇ ਸਾਧ ਸੰਗਤ ਜੀ ਚੰਗੇ ਬੱਚੇ ਹੁੰਦੇ ਨੇ ਨਾ ਜਿਹੜੇ, ਉਹ ਟੀਚਰ ਦੀ ਗੱਲ ਨੂੰ ਬੜੀ ਗੌਰ ਨਾਲ ਸੁਣਦੇ ਆ। ਟੀਚਰ ਦੀ ਕਹੀ ਹੋਈ ਹਰ ਗੱਲ ਨੂੰ ਫੋਲੋ ਕਰਦੇ ਨੇ, ਧਿਆਨ ਦਿੰਦੇ ਨੇ ਉਤੇ। ਤੇ ਜਿਹੜੇ ਨਲਾਇਕ ਬੱਚੇ ਹੁੰਦੇ ਨੇ, ਪਿੱਛੇ ਬੈਠਣ ਵਾਲੇ, ਕਦੇ ਵੀ ਟੀਚਰ ਦੀਆਂ ਗੱਲਾਂ ਨੂੰ ਨਾ ਸੁਣਨ ਵਾਲੇ, ਉਹ ਕਦੇ ਵੀ ਸਾਧ ਸੰਗਤ ਅਧਿਆਪਕ ਦੀ, ਟੀਚਰ ਦੀ ਗੱਲ ਨੂੰ ਗੌਰ ਨਾਲ ਨਹੀਂ ਸੁਣਨਗੇ। ਫੇਲ ਵੀ ਤਾਂ ਹੀ ਹੁੰਦੇ ਆ। ਜਿਹੜੇ ਗੁਰੂ ਕੇ ਸਿੱਖ ਗੁਰੂ ਦੇ ਬਚਨਾਂ ਨੂੰ ਪਿਆਰ ਨਾਲ ਸੁਣਨਗੇ, ਉਹ ਚੰਗੇ ਨੇ, ਉਹ ਪਾਸ ਹੋ ਜਾਣਗੇ। ਤੇ ਜਿਹੜੇ ਸਾਡੇ ਵਰਗੇ ਗੁਰੂ ਦੇ ਬਚਨਾਂ ਨੂੰ ਅਣਗੌਲੇ ਕਰ ਦਿੰਦੇ ਨੇ, ਬਹੁਤ ਐਸੇ ਸਾਡੇ ਵਰਗੇ ਸਿੱਖ ਨੇ। ਪਹਿਲੀ ਗੱਲ ਤਾਂ ਗੁਰੂ ਦੇ ਬਚਨ ਸੁਣਨੇ ਹੀ ਔਖੇ ਹੈ, ਪਰ ਜੇਕਰ ਕੋਈ ਸੁਣ ਵੀ ਲਵੇ ਫਿਰ ਸਾਧ ਸੰਗਤ ਜੀ ਉਹ ਗੁਰੂ ਦੇ ਬਚਨਾਂ ਨੂੰ ਮੰਨ ਨਹੀਂ ਸਕਦਾ। ਆਪਾਂ ਸੁਣਨ ਵਾਲੇ ਹਾਂ, ਮੰਨਣ ਵਾਲੇ ਬਹੁਤ ਥੋੜੇ ਹੈ। ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਸੁਣਿਆ, ਸੁਣ ਕੇ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨਿਆ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਜਿਨ੍ਹਾਂ ਨੇ ਸੁਣ ਕੇ ਮੰਨ ਲਏ, ਉਹ ਗੁਰੂ ਦੇ ਸਾਧ ਸੰਗਤ ਦਰਬਾਰ ਵਿੱਚ ਪ੍ਰਵਾਨ ਹੋ ਗਏ। ਕਿਉਂਕਿ ਪ੍ਰਵਾਨ ਹੀ ਹੋਈ ਹੈ ਜਿਹਨੇ ਮੰਨਿਆ ਹੈ। ਜਿਹਨੇ ਮੰਨਿਆ ਹੀ ਨਹੀਂ, ਉਹ ਪ੍ਰਵਾਨ ਕਿੱਥੇ ਹੈ? ਉਹ ਤਾਂ ਫੇਲ ਹੈ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, ਕੱਚੇ ਚੜ ਜਾਂਦੇ ਬਈ ਸਤਿਗੁਰ ਦਾ ਰਸਤਾ ਪੱਕਾ। ਕੱਚੇ ਝੜ ਜਾਂਦੇ ਨੇ ਬਈ ਸਤਿਗੁਰ ਦਾ ਰਸਤਾ ਪੱਕਾ, ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ। ਸਤਿਗੁਰ ਦਾ ਰਸਤਾ ਪੱਕਾ, ਸਤਿਗੁਰ ਦਾ ਰਸਤਾ ਪੱਕਾ, ਸਤਿਗੁਰ ਦਾ ਰਸਤਾ ਪੱਕਾ, ਸਤਿਗੁਰ ਦਾ ਰਸਤਾ ਪੱਕਾ। ਸਤਿਗੁਰ ਦਾ
ਰਸਤਾ ਪੱਕਾ, ਸਤਿਗੁਰ ਦਾ ਰਸਤਾ ਪੱਕਾ। ਕੱਚੇ ਚੜ ਜਾਂਦੇ ਬਈ ਸਤਿਗੁਰ ਦਾ ਰਸਤਾ ਪੱਕਾ, ਬੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ। ਵੀਰ ਕਸੌਟੀ ਰਾਮ ਕੀ, ਹਾਂਜੀ ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਗੁਰੂ ਕੇ ਪੱਕੇ ਸਿੱਖ, ਪਿਆਰ ਵਾਲੇ ਸਿੱਖ ਗੁਰੂ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੈ। ਗੁਰੂ ਦੇ ਬਚਨਾਂ ਨੂੰ ਆਪਣੇ ਮਨ ਵਿੱਚ ਵਸਾਉਂਦੇ, ਬੜੇ ਪਿਆਰ ਵਿੱਚ ਸੰਗਤ ਸੁਣਦੀ ਕਲਗੀਧਰ ਜੀ ਦੇ ਬੋਲਾਂ ਨੂੰ। ਇਹ ਆਮ ਬੋਲ ਥੋੜਾ ਹੈ, ਦੁਨੀਆ ਦੇ ਕਿਸੇ ਮਨੁੱਖ ਦੇ ਬੋਲ ਨਹੀਂ, ਇਹ ਉਸ ਦੇ ਬੋਲ ਹੈ ਜਿਹੜਾ ਸਾਖਸ਼ਾਤ ਪਰਮੇਸ਼ਰ ਜੀ ਦਾ ਰੂਪ ਹੈ। ਆਖੋ ਸਤਨਾਮ। ਕਲਗੀਧਰ ਜੀ ਦੇ ਬੋਲ ਨੇ, ਜਿਨ੍ਹਾਂ ਦੇ ਕੱਲੇ ਕੱਲੇ ਬੋਲ ਵਿੱਚ ਸਤ ਹੈ, ਜਿਨ੍ਹਾਂ ਦੇ ਕੱਲੇ ਕੱਲੇ ਬੋਲ ਵਿੱਚ ਅੰਮ੍ਰਿਤ ਹੈ। ਪਿਆਰ ਵਾਲੇ ਗੁਰੂ ਕੇ ਸਿੱਖ ਬੜੇ ਗੌਰ ਨਾਲ ਗੁਰੂ ਕਲਗੀਧਰ ਜੀ ਨੂੰ ਸੁਣਦੇ। ਸਤਿਗੁਰੂ ਜੀ ਸਮੇਂ ਸਮੇਂ ਸਿਰ ਬਚਨ ਕਰਦੇ ਰਹਿੰਦੇ, ਸਿੱਖੋ ਤੁਸੀਂ ਗੁਰੂ ਕੀ ਬਾਣੀ ਪੜ੍ਹਿਆ ਕਰੋ ਪਿਆਰ ਨਾਲ। ਗੁਰੂ ਕੇ ਸਿੱਖੋ ਤੁਸੀਂ ਗੁਰੂ ਦੀ ਬਾਣੀ ਨੂੰ ਬੜੇ ਪਿਆਰ ਵਿੱਚ ਪੜ੍ਹੋ। ਗੁਰੂ ਦੀ ਬਾਣੀ ਨੂੰ ਬੜੇ ਪਿਆਰ ਦੇ ਵਿੱਚ ਪੜ੍ਹ ਕੇ ਗੁਰਬਾਣੀ ਤੇ ਅਮਲ ਕਰਿਆ ਕਰੋ। ਗੁਰਬਾਣੀ ਨੂੰ ਮੰਨਿਆ ਕਰੋ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲੋ। ਸਮੇਂ ਸਮੇਂ ਸਿਰ ਕਲਗੀਧਰ ਜੀ ਨੇ ਇਹ ਬਚਨ ਗੁਰੂ ਕੀਆਂ ਸੰਗਤਾਂ ਨੂੰ ਸੁਣਾਉਣਾ, ਪਵਿੱਤਰ ਮੁਖਾਰ ਬਿੰਦ ਤੋਂ ਉਪਦੇਸ਼ ਦੇਣਾ। ਇੱਕ ਦਿਨ ਸੰਗਤ ਨੇ ਹੱਥ ਜੋੜੇ ਕਲਗੀਧਰ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਆਪ ਜੀ ਹਮੇਸ਼ਾ ਹੀ ਕਹਿੰਦੇ ਰਹਿੰਦੇ ਹੋ ਕਿ ਤੁਸੀਂ ਸਿੱਖੋ ਬਾਣੀ ਪੜ੍ਹਿਆ ਕਰੋ, ਬਾਣੀ ਪੜ੍ਹਿਆ ਕਰੋ, ਬਾਣੀ ਨੂੰ ਮੰਨਿਆ ਕਰੋ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਜਿਉਵੋ। ਕਲਗੀਧਰ ਜੀਓ ਕਿਰਪਾ ਬਖਸ਼ਿਸ਼ ਕਰਕੇ ਦੱਸੋ, ਪ੍ਰੇਮ ਦੇ ਨਾਲ ਬਾਣੀ ਪੜਨ ਸੁਣਨ ਦੇ ਨਾਲ, ਗੁਰਬਾਣੀ ਨੂੰ ਮੰਨਣ ਦੇ ਨਾਲ ਸੱਚੇ ਪਾਤਸ਼ਾਹ ਕੀ ਪ੍ਰਾਪਤੀ ਹੋਵੇਗੀ? ਆਪਣਾ ਵੀ ਸਵਾਲ ਹੈ, ਸਾਡੇ ਅੰਦਰ ਵੀ ਇਹ ਸਵਾਲ ਪੈਦਾ ਹੁੰਦਾ ਹੈ ਵੀ ਜੇਕਰ ਅਸੀਂ ਬਾਣੀ ਪੜਾਂਗੇ, ਬਾਣੀ ਸੁਣਾਂਗੇ, ਬਾਣੀ ਨੂੰ ਮੰਨਾਂਗੇ, ਸਾਨੂੰ ਪ੍ਰਾਪਤ ਕੀ ਹੋਊਗਾ? ਸਾਧ ਸੰਗਤ ਜੀ ਇਹ ਉਵੇਂ ਹੀ ਹੈ ਜਿਵੇਂ ਬੱਚਾ ਕਿਤਾਬਾਂ ਪੜ੍ਹਦਾ ਹੈ, ਸਿਲੇਬਸ ਪੜ੍ਹਦਾ ਹੈ, ਪੜ੍ਹ ਕੇ ਪੇਪਰ ਦਿੰਦਾ ਹੈ ਅਗਲੀ ਕਲਾਸ ਵਿੱਚ, ਫਿਰ ਉਹਦਾ ਸਿਲੇਬਸ ਹੋਰ ਅੱਗੇ ਆ ਜਾਂਦਾ ਹੈ, ਉਹਨੂੰ ਪੜ੍ਹਦਾ ਹੈ, ਮੰਨਦਾ ਹੈ, ਆਪਣੇ ਮਨ 'ਚ ਵਸਾਉਂਦਾ ਹੈ, ਫਿਰ ਅੱਗੇ ਕਲਾਸ ਇੱਦਾਂ 1 2 3 5 10 ਕਲਾਸਾਂ 12 ਕਲਾਸਾਂ ਇੱਦਾਂ ਪੜ੍ਹਦਾ ਪੜ੍ਹਦਾ ਮੁਕਾਮ ਤੱਕ ਪਹੁੰਚ ਜਾਂਦਾ ਹੈ। ਕੋਈ ਨੌਕਰੀ ਲੱਗ ਗਿਆ, ਕੋਈ ਕਾਰੋਬਾਰ 'ਚ ਲੱਗ ਗਿਆ, ਕੋਈ ਬਾਹਰ ਵਿਦੇਸ਼ਾਂ ਨੂੰ ਬੱਚੇ ਸਾਡੇ ਚਲੇ ਗਏ। ਉਹਨਾਂ ਦਾ ਸਾਧ ਸੰਗਤ ਜੀ ਸਮਾਜਿਕ ਜੀਵਨ ਬਣ ਗਿਆ। ਆਪਾਂ ਇਹ ਕਹਿ ਦਿੰਦੇ ਵੀ ਸਾਡੇ ਬੱਚੇ ਤਾਂ ਪੈਰਾਂ ਤੇ ਹੋ ਗਏ। ਆਖੇ ਕਿਉਂ ਹੋ ਗਏ? ਵੀ ਚੰਗਾ ਪੜ੍ਹ ਕੇ ਸੈੱਟ ਹੋ ਗਏ। ਐਸੇ ਤਰ੍ਹਾਂ ਗੁਰਬਾਣੀ ਦੇ ਬਚਨਾਂ ਨੂੰ ਅਸੀਂ ਜੀਵਨ ਵਿੱਚ ਢਾਲ ਕੇ, ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਦੇ ਹਾਂ ਸਾਡਾ ਆਤਮਿਕ ਜੀਵਨ ਬਣ ਜਾਵੇਗਾ। ਅਸੀਂ ਗੁਣਾਂ ਨਾਲ ਭਰਪੂਰ ਹੋ ਜਾਵਾਂਗੇ। ਸਾਡੇ ਅੰਦਰਾਂ ਦੀਆਂ ਜਿਹੜੀਆਂ ਬੁਰਾਈਆਂ ਨੇ ਉਹ ਦੂਰ ਹੋ ਜਾਣਗੀਆਂ, ਨਿਕਲ ਜਾਣਗੀਆਂ ਬੁਰਾਈਆਂ।
ਇੱਕ ਚੰਗਾ ਜੀਵਨ, ਆਤਮਿਕ ਜੀਵਨ ਗੁਰੂ ਕੀ ਬਾਣੀ ਦਿੰਦੀ ਹੈ। ਸਤਿਗੁਰੂ ਕਹਿੰਦੇ ਗੁਰਸਿੱਖੋ, ਤੁਹਾਡੇ ਸਵਾਲ ਦਾ ਜਵਾਬ ਅਸੀਂ ਦੇਵਾਂਗੇ। ਸਤਿਗੁਰੂ ਜੀ ਨੇ ਪੈਂਡਿੰਗ ਰੱਖ ਦਿੱਤਾ। ਸਤਿਗੁਰੂ ਕਹਿੰਦੇ ਸਮਾਂ ਆਵੇਗਾ ਤੁਹਾਨੂੰ ਦੱਸਾਂਗੇ ਕਿ ਬਾਣੀ ਪੜ੍ਹਨ ਦਾ ਕੀ ਲਾਭ ਹੈ, ਬਾਣੀ ਪੜ੍ਹਨ ਦਾ, ਬਾਣੀ ਸੁਣਨ ਦਾ, ਬਾਣੀ ਤੇ ਚੱਲਣ ਦਾ ਲਾਭ ਕੀ ਹੈ, ਫਾਇਦਾ ਕੀ ਹੈ। ਸਮਾਂ ਲੰਘਦਾ ਗਿਆ, ਸਮਾਂ ਲੰਘਦਾ ਗਿਆ। ਇੱਕ ਦਿਨ ਕਲਗੀਧਰ ਮਹਾਰਾਜ ਜੀ ਰੋਜ਼ ਦੀ ਤਰ੍ਹਾਂ ਆਪਣੇ ਸਿੰਘਾਸਨ ਤੇ ਬੈਠੇ ਹੈ, ਸੰਗਤਾਂ ਨੂੰ ਉਪਦੇਸ਼ ਦੇਣ ਵਾਸਤੇ। ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ। ਇੱਕ ਸਾਧੂ ਆਇਆ, ਮਹਾਤਮਾ ਆਇਆ। ਸਾਧ ਸੰਗਤ ਜੀ, ਉਹਦੇ ਹੱਥਾਂ ਦੇ ਵਿੱਚ ਖੰਭ ਨੇ। ਉਹਨੇ ਆ ਕੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਜਿਹੜੇ ਉਹ ਖੰਭ ਆਪਣੇ ਹੱਥਾਂ ਵਿੱਚ ਚੁੱਕੀ ਫਿਰਦਾ ਸੀ, ਉਹਨਾਂ ਖੰਭਾਂ ਨੂੰ ਕਲਗੀਧਰ ਜੀ ਦੇ ਚਰਨਾਂ 'ਚ ਰੱਖਿਆ। ਦੁਬਾਰਾ ਗੁਰੂ ਕਲਗੀਧਰ ਜੀ ਨੂੰ ਨਮਸਕਾਰ ਕਰਕੇ ਵਾਪਸ ਮੁੜ ਗਿਆ। ਸਾਰੀ ਸੰਗਤ ਹੈਰਾਨ ਹੈ। ਕੋਈ ਕਲਗੀਧਰ ਜੀ ਦੇ ਚਰਨਾਂ ਵਿੱਚ ਮਾਇਆ ਭੇਟ ਕਰਦਾ ਹੈ, ਕੋਈ ਕਲਗੀਧਰ ਜੀ ਦੇ ਚਰਨਾਂ ਵਿੱਚ ਬਸਤਰ ਭੇਟ ਕਰਦਾ ਹੈ, ਕੋਈ ਵਸਤੂ, ਕੋਈ ਵਸਤੂ ਭੇਟ ਕਰਦਾ ਹੈ। ਇਹ ਪਹਿਲੀ ਵਾਰ ਸ਼ਖਸ ਵੇਖਿਆ ਜਿਹੜਾ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਖੰਭ ਭੇਟਾ ਕਰ ਰਿਹਾ ਕਿਸੇ ਪੰਛੀ ਦੇ। ਹੈਰਾਨੀ ਹੋ ਗਈ ਸੰਗਤ ਨੂੰ, ਕਿਉਂਕਿ ਵੱਖਰੀ ਚੀਜ਼ ਸੀ। ਜਦੋਂ ਖੰਭ ਭੇਟਾ ਕਰਕੇ ਵਾਪਸ ਮੁੜਿਆ, ਸਤਿਗੁਰੂ ਜੀ ਦੇ ਬਚਨਾਂ ਦੀ ਸਮਾਪਤੀ ਹੁੰਦੀ ਹੈ। ਤੇ ਜਦੋਂ ਸਮਾਪਤੀ ਹੋਈ ਤੇ ਸੰਗਤ ਨੇ ਹੱਥ ਜੋੜ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਨੂੰ ਸੰਗਤ ਬੜੀ ਸੋਹਣੀ ਭੇਟਾ ਹਾਜ਼ਰ ਕਰਦੀ ਤੁਹਾਡੇ ਚਰਨਾਂ 'ਚ, ਪਰ ਅੱਜ ਇੱਕ ਮਹਾਤਮਾ ਆਇਆ ਤੇ ਤੁਹਾਡੇ ਚਰਨਾਂ ਵਿੱਚ ਖੰਭ ਕਿਸੇ ਪੰਛੀ ਦੇ ਭੇਟਾ ਕਰਕੇ ਗਿਆ। ਸੱਚੇ ਪਾਤਸ਼ਾਹ ਜੀ ਦਾ ਕਾਰਨ ਕੀ ਹੈ? ਹੈਰਾਨੀ ਦੀ ਗੱਲ ਹੈ। ਖੰਭਾਂ ਦਾ ਕੀ ਮਤਲਬ ਹੈ ਗੁਰੂ ਜੀ ਦੇ ਚਰਨਾਂ 'ਚ? ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਰੂਪ ਵਿੱਚ ਸੰਗਤ ਪੁੱਛਦੀ। ਮਹਾਰਾਜ ਕਹਿਣ ਲੱਗੇ, ਸਿੱਖੋ, ਇਹ ਜਿਹੜਾ ਮਹਾਤਮਾ ਖੰਭ ਲੈ ਕੇ ਆਇਆ ਹੈ ਨਾ, ਇਹ ਕੋਈ ਆਮ ਪੰਛੀ ਦੇ ਖੰਭ ਨਹੀਂ ਹਨ। ਸੱਚੇ ਪਾਤਸ਼ਾਹ ਜੀ, ਕਿਹੜੇ ਪੰਛੀ ਦੇ ਖੰਭ ਨੇ? ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸਿੱਖੋ, ਇਹ ਹਿਮਾਯੂ ਪੰਛੀ ਦੇ ਖੰਭ ਹਨ। ਮਹਾਰਾਜ ਜੀ, ਹਿਮਾਯੂ ਪੰਛੀ ਕੀ ਹੁੰਦਾ ਹੈ? ਕਲਗੀਧਰ ਜੀ ਕਹਿਣ ਲੱਗੇ, ਇਹ ਪੰਛੀ ਆਕਾਸ਼ ਵਿੱਚ ਰਹਿੰਦਾ ਹੈ। ਬਹੁਤ ਹੀ ਵੱਡੇ ਆਕਾਰ ਦਾ ਪੰਛੀ ਹੈ ਜਿਹਨੂੰ ਹਿਮਾਯੂ ਪੰਛੀ ਕਹਿੰਦੇ ਹਨ। ਸਤਿਗੁਰੂ ਕਹਿੰਦੇ ਉਹਦੇ ਖੰਭ ਨੇ। ਕਹਿੰਦੇ ਮਹਾਰਾਜ ਜੀ, ਇਹ ਤੁਹਾਨੂੰ ਕਿਉਂ ਭੇਟ ਕਰਕੇ ਗਿਆ ਖੰਭ? ਸਤਿਗੁਰੂ ਕਹਿੰਦੇ ਇਹ ਵੀ ਤੁਹਾਨੂੰ ਦੱਸਾਂਗੇ ਵੀ ਭੇਟ ਕਿਉਂ ਕਰਕੇ ਗਿਆ ਹੈ। ਸਾਧ ਸੰਗਤ ਜੀ, ਕਿਸੇ ਸਾਧੂ ਮਹਾਤਮਾ ਦੀਆਂ ਗੱਲਾਂ ਵਿੱਚ, ਗੁਰੂ ਜੀ ਦੇ ਬੋਲਾਂ ਵਿੱਚ ਰਮਜਾਂ ਹੁੰਦੀਆਂ। ਕਈ ਸਵਾਲਾਂ ਦੇ ਜਵਾਬ ਪ੍ਰੈਕਟੀਕਲ ਰੂਪ ਦੇ ਵਿੱਚ ਦਿੱਤੇ ਜਾਂਦੇ ਨੇ। ਆਪਾਂ ਨਹੀਂ, ਕਈ ਵਾਰ ਬੱਚਿਆਂ ਨੂੰ ਕੋਈ ਸਵਾਲ ਕਰਨ, ਬੱਚੇ ਸਾਨੂੰ ਕੋਈ ਗੱਲ ਪੁੱਛਣ, ਆਪਾਂ ਕਹਿੰਦੇ ਕੋਈ ਨਹੀਂ ਤੈਨੂੰ ਦੱਸਾਂਗੇ, ਫੇਰ ਆਪਾਂ ਸਮਾਂ ਪਾ ਲੈਂਦੇ। ਜਦੋਂ ਕੋਈ ਉਦਾਂ ਦੀ ਗੱਲ ਬਣਦੀ ਹੈ ਤੇ ਫੇਰ ਆਪਾਂ ਬੱਚਿਆਂ ਨੂੰ ਦੱਸਦੇ ਹਾਂ ਕਿ ਜੋ ਤੂੰ ਗੱਲ ਪੁੱਛ ਰਿਹਾ ਸੀ ਉਹਦਾ ਜਵਾਬ ਇਹ ਹੈ, ਪ੍ਰੈਕਟੀਕਲ ਰੂਪ ਦੇ ਵਿੱਚ। ਕਈ ਵਾਰ ਪ੍ਰੈਕਟੀਕਲ ਰੂਪ 'ਚ ਸਮਝਾਉਣਾ ਪੈਂਦਾ ਹੈ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਖੰਭਾਂ ਦੀ ਬਾਬਤ ਵੀ ਸਿੱਖੋ ਤੁਹਾਨੂੰ ਦੱਸਾਂਗੇ। ਸਤਿਗੁਰੂ ਜੀ ਨੇ ਕਾਰੀਗਰ ਸਿੱਖ ਬੁਲਾਏ ਜਿਹੜੇ ਹਥਿਆਰ ਕੱਢਦੇ ਸੀ। ਉਹਨਾਂ ਨੂੰ ਬੁਲਾ ਕੇ ਮਹਾਰਾਜ ਕਹਿੰਦੇ, ਇਹਨਾਂ ਖੰਭਾਂ ਨੂੰ ਤੀਰਾਂ ਨਾਲ ਜੜ ਦਿਓ। ਤੀਰਾਂ ਦੇ ਪਿਛਲੇ ਪਾਸੇ ਇਹਨਾਂ ਖੰਭਾਂ ਨੂੰ ਬੜੇ ਤਰੀਕੇ ਦੇ ਨਾਲ ਜੋੜ ਦਿਓ। ਕਾਰੀਗਰ ਸਿੰਘਾਂ ਨੇ ਕਲਗੀਧਰ ਜੀ ਦੇ ਬਚਨਾਂ ਨੂੰ ਮੰਨਿਆ। ਉਹਨਾਂ ਖੰਭਾਂ ਨੂੰ ਤੀਰਾਂ ਦੇ ਪਿਛਲੇ ਪਾਸੇ ਢੰਗ ਤਰੀਕੇ ਦੇ ਨਾਲ ਜੋੜ ਦਿੱਤਾ।
ਉਹ ਸਾਰੇ ਤੀਰਾਂ ਨੂੰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਭੇਟ ਕੀਤਾ। ਅੱਜ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚੇ ਕਿਲੇ ਤੇ ਚੜੇ, ਸਿੱਖ ਸੰਗਤ ਵੀ ਨਾਲ, ਗੁਰੂ ਕੇ ਸਿੰਘ ਵੀ ਨਾਲ ਕਲਗੀਧਰ ਜੀ ਦੇ, ਤੇ ਮਹਾਰਾਜ ਜੀ ਨੇ ਉਹ ਤੀਰ ਭੱਥੇ ਵਿੱਚੋਂ ਕੱਢਿਆ ਜਿਸ ਤੀਰ ਦੇ ਨਾਲ ਉਹ ਖੰਭ ਜੁੜੇ ਸਨ ਹਿਮਾਯੂ ਪੰਛੀ ਦੇ, ਤੇ ਤੀਰ ਭੱਥੇ ਵਿੱਚੋਂ ਕੱਢ ਕੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਮਾਨ ਤੇ ਚੜਾਇਆ। ਇੱਕ ਮਹਾਰਾਜ ਜੀ ਦਾ ਕੌਤਕ ਹੈ, ਜਿਸ ਕੌਤਕ ਦੇ ਨਾਲ ਗੁਰੂ ਕੇ ਸਿੱਖਾਂ ਨੂੰ ਸਮਝਾਉਣਾ ਸੀ, ਕੁਛ ਉਹਨਾਂ ਦੇ ਸ਼ੰਕੇ ਨਿਵਰਤ ਕਰਨੇ ਸਨ। ਜਦੋਂ ਕਮਾਨ ਤੇ ਚੜਾ ਕੇ ਕਲਗੀਧਰ ਜੀ ਨੇ ਉਹ ਤੀਰ ਆਕਾਸ਼ ਵਿੱਚ ਛੱਡਿਆ, ਤੇ ਕਲਗੀਧਰ ਮਹਾਰਾਜ ਸਿੰਘਾਂ ਨੂੰ ਕਹਿੰਦੇ, ਸਿੰਘੋ ਜਿਹੜਾ ਤੀਰ ਅਸੀਂ ਆਕਾਸ਼ ਵਿੱਚ ਛੱਡਿਆ, ਇਸ ਤੀਰ ਨੂੰ ਲੱਭ ਕੇ ਲੈ ਕੇ ਆਓ। ਸਤਿਗੁਰੂ ਜੀ ਦਾ ਰੋਜ਼ ਦਾ ਨੇਮ ਸੀ। ਸਤਿਗੁਰੂ ਜੀ ਉੱਚੇ ਕਿਲੇ ਉੱਤੇ ਚੜ੍ਹ ਕੇ ਰੋਜ਼ਾਨਾ ਹੀ ਇੱਕ ਤੀਰ ਛੱਡਦੇ ਸਨ ਆਕਾਸ਼ ਦੇ ਵਿੱਚ, ਤੇ ਸਿੰਘਾਂ ਨੂੰ ਇਹ ਬਚਨ ਹੁੰਦਾ ਸੀ ਕਿ ਤੁਸੀਂ ਉਹ ਤੀਰ ਨੂੰ ਲੱਭ ਕੇ ਲੈ ਕੇ ਆਉਣਾ ਹੈ। ਜਦੋਂ ਕਲਗੀਧਰ ਜੀ ਰੋਜ਼ ਤੀਰ ਛੱਡਦੇ ਤੇ ਸਿੰਘਾਂ ਨੇ ਉਹ ਤੀਰ ਲੱਭ ਕੇ ਲੈ ਕੇ ਆਉਣਾ। ਕੋਈ ਤੀਰ ਕਿਲੋਮੀਟਰ ਤੇ, ਕੋਈ 2 ਕਿਲੋਮੀਟਰ ਤੇ, ਕੋਈ 5 ਕਿਲੋਮੀਟਰ ਤੇ ਗਿਆ ਹੁੰਦਾ, ਤੇ ਸਿੰਘਾਂ ਨੇ ਰੋਜ਼ ਉਹ ਤੀਰ ਲੱਭ ਕੇ ਲੈ ਕੇ ਆਉਣਾ ਜਿਹੜਾ ਕਲਗੀਧਰ ਮਹਾਰਾਜ ਜੀ ਰੋਜ਼ ਆਕਾਸ਼ ਵੱਲ ਨੂੰ ਛੱਡਦੇ ਸਨ। ਰੋਜ਼ ਦਾ ਨੇਮ ਸੀ ਕਲਗੀਧਰ ਜੀ ਦਾ। ਅੱਜ ਵੀ ਗੁਰੂ ਕਲਗੀਧਰ ਜੀ ਨੇ ਤੀਰ ਛੱਡਿਆ, ਪਰ ਇਹ ਉਹ ਤੀਰ ਹੈ ਜਿਸ ਤੀਰ ਦੇ ਨਾਲ ਉਹ ਖੰਭ ਜੁੜੇ ਨੇ। ਸਤਿਗੁਰੂ ਕਹਿੰਦੇ, ਜਾਓ ਸਿੰਘੋ ਭਾਲ ਕੇ ਲੈ ਕੇ ਆਓ। ਰੋਜ਼ਾਨਾ ਦੀ ਤਰ੍ਹਾਂ ਸਿੰਘ ਜਾਂਦੇ ਨੇ, ਉਸ ਤੀਰ ਨੂੰ ਲੱਭਦੇ ਨੇ ਜਿਹੜਾ ਤੀਰ ਅੱਜ ਕਲਗੀਧਰ ਜੀ ਨੇ ਆਕਾਸ਼ ਨੂੰ ਛੱਡਿਆ। ਸਾਰਾ ਦਿਨ ਭਾਲਦੇ ਰਹੇ, ਤੀਰ ਨਾ ਲੱਭਿਆ। ਰੋਜ਼ ਤੀਰ ਲੱਭ ਜਾਂਦੇ ਨੇ, ਪਰ ਅੱਜ ਵਾਲਾ ਤੀਰ ਨਹੀਂ ਲੱਭਿਆ। ਸਾਰਾ ਦਿਨ ਥੱਕ ਕੇ ਹਾਰ ਕੇ ਕਲਗੀਧਰ ਜੀ ਦੇ ਚਰਨਾਂ ਵਿੱਚ ਸਿੰਘ ਆਏ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਅੱਜ ਵਾਲਾ ਤੀਰ ਜੀ ਨਹੀਂ ਸਾਨੂੰ ਲੱਭਿਆ। ਬੜੀ ਭਾਲ ਕੀਤੀ, ਬੜੀ ਖੋਜ ਕੀਤੀ, ਪਰ ਅੱਜ ਵਾਲਾ ਤੀਰ ਨਹੀਂ ਮਹਾਰਾਜ ਜੀ ਲੱਭਿਆ। ਕਲਗੀਧਰ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਸਿੰਘੋ ਅੱਜ ਵਾਲਾ ਤੀਰ ਨਹੀਂ ਜੇ ਲੱਭਣਾ। ਸੱਚੇ ਪਾਤਸ਼ਾਹ ਮਹਾਰਾਜ ਅੱਜ ਵਾਲਾ ਤੀਰ ਕਿਉਂ ਨਹੀਂ ਲੱਭਣਾ? ਰੋਜ਼ ਲੱਭਦੇ ਨੇ। ਸਤਿਗੁਰੂ ਕਹਿੰਦੇ ਅੱਜ ਵਾਲਾ ਛੱਡਿਆ ਤੀਰ ਨਹੀਂ ਲੱਭਣਾ। ਕਿਉਂ ਨਹੀਂ ਲੱਭਣਾ? ਸਤਿਗੁਰੂ ਕਹਿੰਦੇ ਕਿਉਂਕਿ ਉਹ ਤੀਰ ਧਰਤੀ ਤੇ ਨਹੀਂ ਡਿੱਗਿਆ। ਬੜੀ ਹੈਰਾਨੀ ਹੋਈ ਸਿੱਖਾਂ ਨੂੰ। ਮਹਾਰਾਜ ਜੀ ਧਰਤੀ ਤੇ ਨਹੀਂ ਡਿੱਗਿਆ ਤੇ ਗਿਆ ਫਿਰ ਕਿੱਥੇ ਹੈ? ਧੰਨ ਗੁਰੂ ਮਹਾਰਾਜ ਕਲਗੀਧਰ ਜੀ ਕਹਿਣ ਲੱਗੇ, ਸਿੰਘੋ ਉਹ ਤੀਰ ਉੱਥੇ ਚਲਾ ਗਿਆ ਜਿੱਥੋਂ ਉਹ ਖੰਭ ਆਏ ਸਨ। ਬੜੀ ਹੈਰਾਨੀ। ਮਹਾਰਾਜ ਜੀ ਖੰਭ ਆਏ ਸਨ? ਸਤਿਗੁਰੂ ਕਹਿੰਦੇ ਹਾਂ ਬਈ, ਜਿੱਥੋਂ ਖੰਭ ਆਏ ਸਨ ਨਾ ਉੱਥੇ ਉਹ ਤੀਰ ਚਲਾ ਗਿਆ। ਖੰਭ ਕਿੱਥੋਂ ਆਏ ਨੇ? ਉਹ ਖੰਭ ਆਏ ਨੇ ਆਕਾਸ਼ ਤੋਂ, ਉੱਥੋਂ ਆਏ ਨੇ ਜਿੱਥੇ ਉਹ ਪੰਛੀ ਰਹਿੰਦਾ, ਹਿਮਾਯੂ ਪੰਛੀ। ਸਤਿਗੁਰੂ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਕਹਿੰਦੇ ਹਿਮਾਯੂ ਪੰਛੀ ਦੇ ਖੰਭਾਂ ਵਿੱਚ ਇੰਨੀ ਤਾਕਤ ਹੈ ਕਿ ਜਿਸ ਚੀਜ਼ ਨੂੰ ਵੀ ਉਸ ਹਿਮਾਯੂ ਪੰਛੀ ਦੇ ਖੰਭਾਂ ਨਾਲ ਜੜ ਦਿੱਤਾ ਜਾਵੇਗਾ, ਤੇ ਜੇਕਰ ਉਹ ਚੀਜ਼ ਆਕਾਸ਼ ਵੱਲ ਨੂੰ ਛੱਡੀ ਜਾਵੇਗੀ, ਤੇ ਉਹਨਾਂ ਖੰਭਾਂ ਦੇ ਵਿੱਚ ਐਸੀ ਸ਼ਕਤੀ ਹੈ, ਐਸਾ ਬਲ ਹੈ ਕਿ ਉਹ ਖੰਭ ਉਸ ਚੀਜ਼ ਨੂੰ, ਉਸ ਵਸਤੂ ਨੂੰ ਉੱਥੇ ਲੈ ਜਾਣਗੇ ਜਿੱਥੇ ਉਹ ਹਿਮਾਯੂ ਪੰਛੀ ਰਹਿੰਦਾ ਆਕਾਸ਼ 'ਚ। ਉਹਨਾਂ ਖੰਭਾਂ ਦੇ ਵਿੱਚ ਸ਼ਕਤੀ, ਪਾਵਰ ਹੈ। ਤੇ ਧੰਨ ਗੁਰੂ ਕਲਗੀਧਰ ਜੀ ਕਹਿੰਦੇ, ਸਿੱਖੋ ਉਹ ਤੀਰ ਜਿਹੜਾ ਹੈ ਨਾ, ਜਿਹਦੇ ਮਗਰ ਹਿਮਾਯੂ ਪੰਛੀ ਦੇ ਖੰਭ ਲੱਗੇ ਸਨ, ਉਹ ਉੱਥੇ ਚਲਾ ਗਿਆ ਆਕਾਸ਼ ਵਿੱਚ ਜਿੱਥੇ ਉਹ ਹਿਮਾਯੂ ਪੰਛੀ ਰਹਿੰਦਾ। ਉਹ ਧਰਤੀ ਤੇ ਨਹੀਂ ਡਿੱਗਿਆ। ਉਹ ਨਹੀਂ ਲੱਭਣਾ ਤੁਹਾਨੂੰ। ਬੜੇ ਹੈਰਾਨ ਹੋਏ ਗੁਰੂ ਕੇ ਸਿੱਖ, ਤੇ ਨਾਲ ਦੀ ਨਾਲ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸਿੱਖੋ
ਇਹਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਵੀ ਹੈ। ਮਹਾਰਾਜ ਜੀ ਕਿਹੜਾ ਸਵਾਲ? ਸਤਿਗੁਰੂ ਕਹਿੰਦੇ ਤੁਸੀਂ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਬਾਣੀ ਪੜਿਆ ਕਰੋ, ਬਾਣੀ ਸੁਣਿਆ ਕਰੋ, ਬਾਣੀ ਤੇ ਅਮਲ ਕਰਿਆ ਕਰੋ, ਗੁਰਬਾਣੀ ਨੂੰ ਆਪਣੇ ਜੀਵਨ ਚ ਲਿਆਓ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲੋ। ਤੇ ਸਤਿਗੁਰੂ ਕਹਿੰਦੇ ਤੁਸੀਂ ਸਾਨੂੰ ਪੁੱਛਿਆ ਸੀ ਕਿ ਗੁਰਬਾਣੀ ਦਾ ਫਾਇਦਾ ਕੀ ਹੋਊਗਾ ਸੱਚੇ ਪਾਤਸ਼ਾਹ, ਜਿਹੜੀ ਬਾਣੀ ਤੁਸੀਂ ਪੜ੍ਹਨ ਸੁਣਨ ਵਾਸਤੇ ਕਹਿੰਦੇ ਹੋ ਇਹਦਾ ਕੀ ਲਾਭ ਹੋਵੇਗਾ ਸਾਡੇ ਜੀਵਨ 'ਚ। ਤੇ ਧੰਨ ਗੁਰੂ ਕਲਗੀਧਰ ਜੀ ਕਹਿੰਦੇ ਇਹ ਤੁਹਾਡੇ ਉਸ ਸਵਾਲ ਦਾ ਜਵਾਬ ਹੈ। ਹੁਣ ਸਮਝ ਨਹੀਂ ਆਈ, ਸਮਝ ਨਹੀਂ ਆਈ, ਕਿਉਂਕਿ ਜਿਹੜੀ ਸਾਡੀ ਮੱਤ ਹੈ ਨਾ ਉਹ ਬੜੀ ਥੋੜੀ ਹੈ। ਗੁਰੂ ਸਮਰੱਥ ਹੈ, ਗੁਰੂ ਸਰਬ ਕਲਾ ਸਮਰੱਥ ਹੈ, ਸਿੱਖ ਦੀ ਮੱਤ ਥੋੜੀ ਹੈ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਆਪਣੀ ਜਿਹੜੀ ਬੁੱਧੀ ਹੈ ਤੁੱਛ ਬੁੱਧੀ ਹੈ, ਗੁਰੂ ਦੀ ਜਿਹੜੀ ਬੁੱਧੀ ਹੈ ਸਰਬ ਕਲਾ ਸਮਰੱਥ ਹੈ। ਜੋ ਗੁਰੂ ਦੇ ਕੌਤਕ ਨੇ, ਜੋ ਗੁਰੂ ਦੀਆਂ ਗੱਲਾਂ ਨੇ, ਸਾਧ ਸੰਗਤ ਜੀ ਅਸੀਂ ਛੇਤੀ ਕਿਤੇ ਸਮਝ ਆਉਣ ਵਾਲੀਆਂ ਗੱਲਾਂ ਨਹੀਂ ਹਨ। ਇਹ ਤਾਂ ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਗੁਰੂ ਹੀ ਕਿਰਪਾ ਕਰਕੇ ਸਾਨੂੰ ਆਪਣੀਆਂ ਰਮਜਾਂ ਸਮਝਾ ਦੇਵੇ। ਅਸੀਂ ਗੁਰੂ ਨੂੰ ਸਮਝ ਸਕਦੇ ਹਾਂ? ਨਹੀਂ, ਗੁਰੂ ਨੂੰ ਅਸੀਂ ਕਿੱਥੇ ਸਮਝਣ ਵਾਲੇ ਹਾਂ। ਸਾਡੀ ਪੜ੍ਹਾਈ ਏਡੀ ਵੱਡੀ ਨਹੀਂ, ਸਾਡੀ ਮਤ ਬੁੱਧੀ ਏਡੀ ਵੱਡੀ ਨਹੀਂ, ਅਸੀਂ ਗੁਰੂ ਨੂੰ ਸਮਝ ਸਕੀਏ। ਇਹ ਤਾਂ ਜੇ ਗੁਰੂ ਸਮਝਾ ਦੇਵੇ। ਇਸ ਤਰ੍ਹਾਂ ਪੜ੍ਹ ਲਓ ਸਾਰੇ। ਇਹ ਤਾਂ ਤੇਰਾ ਹੀ ਲੰਘਾਇਆ ਪਾਰ ਲੰਘਣਾ, ਬੇੜਾ ਸਾਡੀ ਜਿੰਦੜੀ ਦਾ। ਇਹ ਤਾਂ ਤੇਰਾ ਹੀ ਲੰਘਾਇਆ ਪਾਰ ਲੰਘਣਾ, ਬੇੜਾ ਸਾਡੀ ਜਿੰਦੜੀ ਦਾ। ਬੇੜਾ ਸਾਡੀ ਜੀ ਜਿੰਦੜੀ ਦਾ, ਬੇੜਾ ਸਾਡੀ ਜੀ ਜਿੰਦੜੀ ਦਾ। ਇਹ ਤਾਂ ਤੇਰਾ ਹੀ ਲੰਘਾਇਆ ਪਾਰ ਲੰਘਣਾ, ਲੰਘਾਇਆ ਪਾਰ ਲੰਘਣਾ, ਬੇੜਾ ਸਾਡੀ ਜਿੰਦੜੀ ਦਾ। ਇਹ ਤਾਂ ਤੇਰਾ ਹੀ ਲੰਘਾਇਆ ਪਾਰ, ਬੇੜਾ ਸਾਡੀ ਜਿੰਦੜੀ ਦਾ। ਇਹ ਤਾਂ ਗੁਰੂ ਹੀ ਜੀ ਮਹਾਰਾਜ ਜੀ ਸਾਨੂੰ ਸਮਝਾ ਦੇਣ ਤਾਂ ਅਸੀਂ ਸਮਝ ਲਈਏ, ਤੇ ਨਹੀਂ ਸਾਡੀ ਸਮਝ ਤੋਂ ਪਰੇ। ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਨਹੀਂ ਸਮਝ ਆਈ, ਆਪ ਜੀ ਕੀ ਬਚਨ ਕਰਦੇ ਹੋ। ਸਾਡੇ ਸਵਾਲ ਦਾ ਜਵਾਬ ਇਹਦੇ ਵਿੱਚ ਕਿਵੇਂ ਆ ਗਿਆ ਮਹਾਰਾਜ ਜੀ? ਸਤਿਗੁਰੂ ਜੀ ਬੜੇ ਪਿਆਰ ਵਿੱਚ ਗੁਰਸਿੱਖਾਂ ਨੂੰ ਸਮਝਾਉਂਦੇ, ਗੁਰੂ ਕੇ ਸਿੱਖੋ ਤੁਸੀਂ ਕਿਹਾ ਸੀ ਮਹਾਰਾਜ
ਬਾਣੀ ਪੜਨ ਦਾ ਕੀ ਲਾਭ ਹੈ, ਬਾਣੀ ਸੁਣਨ ਦਾ ਕੀ ਲਾਭ ਹੈ, ਗੁਰਬਾਣੀ ਨੂੰ ਮੰਨਣ ਦਾ ਕੀ ਲਾਭ ਹੈ। ਕਹਿੰਦੇ ਤੁਹਾਡੇ ਸਵਾਲ ਦਾ ਜਵਾਬ ਇਉਂ ਹੈ, ਜਿਹੜੇ ਹਿਮਾਯੂ ਪੰਛੀ ਦੇ ਖੰਭ ਹੈ ਨਾ, ਉਹਨਾਂ ਵਿੱਚ ਐਸੀ ਤਾਕਤ ਸੀ ਕਿ ਜਿਸ ਚੀਜ਼ ਨਾਲ ਉਹ ਖੰਭ ਜੁੜ ਗਏ, ਉਸ ਚੀਜ਼ ਨੂੰ ਆਕਾਸ਼ ਵਿੱਚ ਛੱਡੋ ਤੇ ਉਹ ਖੰਭ ਉਸ ਵਸਤੂ ਨੂੰ, ਉਸ ਚੀਜ਼ ਨੂੰ ਉੱਥੇ ਆਕਾਸ਼ ਵਿੱਚ ਲੈ ਜਾਂਦੇ ਜਿੱਥੇ ਹਿਮਾਯੂ ਪੰਛੀ ਰਹਿੰਦਾ। ਹੁਣ ਖੰਭਾਂ ਵਿੱਚ ਤਾਕਤ ਸੀ, ਤੀਰ ਨੂੰ ਲੈ ਗਏ ਆਕਾਸ਼ ਵਿੱਚ ਹਿਮਾਯੂ ਪੰਛੀ ਕੋਲ। ਐਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਕਲਗੀਧਰ ਮਹਾਰਾਜ ਕਹਿੰਦੇ, ਸਿੱਖੋ ਜਿਹੜੀ ਬਾਣੀ ਹੈ ਨਾ, ਇਹ ਧੁਰ ਦਰਗਾਹ ਦੀ ਬਾਣੀ ਹੈ, ਇੱਥੋਂ ਦੀ ਬਾਣੀ ਨਹੀਂ। ਆ ਜਿਹੜੀ ਆਪਾਂ ਇੰਗਲਿਸ਼ ਬੋਲਦੇ ਆ, ਇੰਗਲਿਸ਼ ਪੜ੍ਹਦੇ ਆ, ਇਹ ਸਾਡੀ ਬੋਲੀ ਥੋੜਾ ਹੈ, ਆਪਣੀ ਮਾਤ ਭਾਸ਼ਾ ਨਹੀਂ ਹੈ। ਇਹ ਸਾਡੀ ਮਾਤ ਭਾਸ਼ਾ ਨਹੀਂ ਇੰਗਲਿਸ਼, ਇਹ ਬਾਹਰੋਂ ਆਈ ਹੈ। ਕੌਣ ਲੈ ਕੇ ਆਏ ਨੇ? ਅੰਗਰੇਜ਼ ਲੈ ਕੇ ਆਏ ਨੇ। ਅੰਗਰੇਜ਼ ਆਪਣੇ ਹਿੰਦੁਸਤਾਨ ਚ ਆਇਆ, ਆਪਣੀ ਬੋਲੀ ਨਾਲ ਲੈ ਕੇ ਆਇਆ। ਅੰਗਰੇਜ਼ ਭਾਵੇਂ ਇੱਥੋਂ ਚਲਾ ਗਿਆ ਪਰ ਬੋਲੀ ਇੱਥੇ ਹੀ ਰਹਿ ਗਈ। ਇੱਥੋਂ ਦੀ ਬੋਲੀ ਨਹੀਂ ਇੰਗਲਿਸ਼, ਬਾਹਰਲੀਆਂ ਕੰਟਰੀਆਂ ਦੀ ਬੋਲੀ ਹੈ, ਪਰ ਬੋਲੀ ਕਿੱਥੇ ਜਾਂਦੀ ਹੈ? ਆਪਣੇ ਇੱਥੇ ਸਾਰੇ ਬੋਲਦੇ ਨੇ। ਐਸੇ ਤਰ੍ਹਾਂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਇਹ ਜਿਹੜੀ ਬਾਣੀ ਹੈ ਧੁਰ ਦਰਗਾਹ ਦੀ ਬਾਣੀ ਹੈ। ਜਿਵੇਂ ਖੰਭ ਤੀਰਾਂ ਦੇ ਨਾਲ ਜੜੇ, ਖੰਭ ਹਿਮਾਯੂ ਪੰਛੀ ਤੱਕ ਤੀਰ ਨੂੰ ਲੈ ਗਏ। ਗੁਰੂ ਕੇ ਸਿੱਖੋ, ਤੁਸੀਂ ਪੁੱਛਦੇ ਹੋ ਬਾਣੀ ਪੜਨ ਨਾਲ ਕੀ ਮਿਲੇਗਾ? ਕਲਗੀਧਰ ਜੀ ਕਹਿੰਦੇ, ਬਾਣੀ ਹੈ ਧੁਰ ਦਰਗਾਹ ਦੀ, ਸੱਚਖੰਡ ਦੀ। ਜਿਹੜਾ ਇਸ ਧੁਰਕੀ ਬਾਣੀ, ਦਰਗਾਹੀ ਬਾਣੀ ਨਾਲ ਜੁੜੇਗਾ, ਇਹ ਬਾਣੀ ਵੀ ਉਸ ਸਿੱਖ ਨੂੰ, ਜਿਹੜਾ ਸਿੱਖ ਗੁਰਬਾਣੀ ਨਾਲ ਮਨ ਕਰਕੇ ਜੁੜੇਗਾ, ਜਿਹੜਾ ਸਿੱਖ ਗੁਰਬਾਣੀ ਨਾਲ ਮਨ ਕਰਕੇ ਜੁੜ ਗਿਆ, ਖੰਭਾਂ ਦੀ ਤਰ੍ਹਾਂ, ਤੀਰਾਂ ਦੀ ਤਰ੍ਹਾਂ, ਇਹ ਬਾਣੀ ਵੀ ਉਸ ਸਿੱਖ ਨੂੰ ਜਿਹੜਾ ਮਨ ਕਰਕੇ ਬਾਣੀ ਨਾਲ ਜੁੜ ਗਿਆ, ਉਹਨੂੰ ਸੱਚਖੰਡ ਵਾਲੀ ਅਵਸਥਾ ਤੱਕ ਲੈ ਜੂ। ਆਖੋ ਸਤਨਾਮ ਸ਼੍ਰੀ। ਜੁੜੇ ਤਾਂ ਸਹੀ ਕੋਈ। ਜਿਹੜਾ ਸਿੱਖ ਮਨ ਕਰਕੇ ਗੁਰਬਾਣੀ ਨਾਲ ਜੁੜ ਗਿਆ, ਸਤਿਗੁਰੂ ਕਹਿੰਦੇ ਨੇ ਉਹ ਸਿੱਖ ਨੂੰ ਵੀ ਬਾਣੀ ਕਹਿੰਦੇ ਸੱਚਖੰਡ ਲੈ ਜੂ। ਜਿਵੇਂ ਖੰਭ ਤੀਰਾਂ ਨੂੰ ਆਕਾਸ਼ 'ਚ ਲੈ ਗਏ, ਬਾਣੀ ਵੀ ਧੁਰ ਦਰਗਾਹ ਦੀ ਹੈ, ਸੱਚਖੰਡ ਦੀ। ਸਤਿਗੁਰੂ ਕਹਿੰਦੇ ਜੁੜ ਕੇ ਤਾਂ ਵੇਖੋ ਭਾਈ ਸਿੱਖੋ ਬਾਣੀ ਨਾਲ, ਇਹ ਬਾਣੀ ਵੀ ਤੁਹਾਨੂੰ ਸੱਚਖੰਡ ਲੈ ਜੂ। ਇਹ ਬਾਣੀ ਵੀ, ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਸੱਚਖੰਡ ਕੀ ਹੈ? ਨਿਜ ਘਰ ਵਾਸ ਨੂੰ ਸੱਚਖੰਡ ਕਹਿੰਦੇ। ਕਿਤੇ ਉੱਪਰ ਆਕਾਸ਼ ਵਿੱਚ ਕੋਈ ਸੱਚਖੰਡ ਨਹੀਂ ਹੈ। ਆਪਣੇ ਨਿਜ ਘਰ ਵਿੱਚ, ਆਪਣੇ ਹਿਰਦੇ ਰੂਪੀ ਘਰ ਵਿੱਚ ਵਾਸ ਕਰ ਲੈਣਾ, ਇਹਨੂੰ ਕਹਿੰਦੇ ਨੇ ਵੀ ਸੱਚਖੰਡ ਵਿੱਚ ਵਾਸਾ ਹੋ ਗਿਆ। ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਕਲਗੀਧਰ ਕਹਿੰਦੇ ਜਿਵੇਂ ਖੰਭ ਤੀਰਾਂ ਨੂੰ ਲੈ ਗਏ ਆਕਾਸ਼ 'ਚ, ਸਿੱਖੋ ਬਾਣੀ ਨਾਲ ਜੁੜ ਜਾਓ ਮਨ ਕਰਕੇ, ਬਾਣੀ ਵੀ ਸੱਚਖੰਡ ਲੈ ਜਾਓ। ਅਖੀਰਲੀ ਧਾਰਨਾ ਪੜ੍ਹ ਕੇ ਸਮਾਪਤੀ ਕਰੀਏ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਬਾਣੀ ਦੇ ਸ਼ਬਦ ਇਤਿਹਾਸ ਨੂੰ ਵਾਚਦਿਆਂ ਹੁੰਦਿਆਂ ਹੋ ਜਾਂਦੀਆਂ ਨੇ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਬੜਾ ਹੀ ਪਿਆਰ ਵਾਲਾ ਉਪਰਾਲਾ ਸਿੱਖਾਂ ਸੇਵਕਾਂ ਨੇ ਕੀਤਾ ਹੈ। ਆਪ ਸਾਰੀਆਂ ਸੰਗਤਾਂ ਲਾਹਾ ਪ੍ਰਾਪਤ ਕਰ ਰਹੇ ਹੋ, ਬੜੇ ਪਿਆਰ ਵਿੱਚ ਬੈਠੇ ਹੋ। ਮਾਈਆਂ ਭੈਣਾਂ, ਵੀਰ ਬਜ਼ੁਰਗ, ਬੱਚੇ ਵੀ ਬੈਠੇ ਨੇ, ਸ਼ਾਂਤ ਹੋਈ। ਇਹ ਪਿਆਰ ਦਾ ਹੀ ਸਬੂਤ ਹੈ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਸੋ ਸਵੇਰੇ ਤਕਰੀਬਨ 6:15 6:30 ਭੋਗ ਜਿਹੜਾ ਪ੍ਰਾਰੰਭ ਹੋ ਜਾਵੇਗਾ। ਸਾਰੀ ਜਿਹੜੀ ਸਮਾਪਤੀ ਹੈ 7:15 7:30 ਤੱਕ ਹੋ ਜਾਵੇਗੀ। ਉਸ ਤੋਂ ਉਪਰੰਤ ਸੇਵਕਾਂ ਵੱਲੋਂ ਜਿਹੜੇ ਭਾਈ ਸਾਹਿਬ ਇੱਥੇ ਸੇਵਾ ਨਿਭਾਉਂਦੇ ਨੇ, ਬਾਬਾ ਮੇਜਰ ਸਿੰਘ ਹੁਣੀ ਹਰ ਸਾਲ ਉਪਰਾਲਾ ਕਰਦੇ ਆ ਤੁਹਾਡੇ ਸਹਿਯੋਗ ਨਾਲ। ਸੋ ਉਹਨਾਂ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਗਿਆ। ਸਵੇਰੇ ਭੋਗ ਅੰਮ੍ਰਿਤ ਵੇਲੇ ਪੈ ਜਾਣੇ ਨੇ। ਉਸ ਤੋਂ ਉਪਰੰਤ ਚਾਹ ਤੇ ਪਕੌੜਿਆਂ ਦਾ ਜੋ ਲੰਗਰ ਹੈ ਉਹ ਭਾਈ ਸਾਹਿਬ ਵੱਲੋਂ, ਪਰਿਵਾਰ ਵੱਲੋਂ ਸੰਗਤਾਂ ਦੇ ਵਾਸਤੇ ਕੀਤਾ ਗਿਆ।
ਅੰਮ੍ਰਿਤ ਵੇਲੇ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਭਾਈ। ਖੁੱਲਾ ਸੱਦਾ ਸਾਰੀਆਂ ਸੰਗਤਾਂ ਨੂੰ, ਕਿਸੇ ਨੂੰ ਸਪੈਸ਼ਲ ਸੱਦਾ ਨਹੀਂ। ਸੋ ਅੰਮ੍ਰਿਤ ਵੇਲੇ ਆ ਕੇ ਨਾਲੇ ਭੋਗ ਸਰਵਣ ਕਰਨਾ, ਉਸ ਤੋਂ ਉਪਰੰਤ ਸਮਾਪਤੀ ਦੀ ਅਰਦਾਸ, ਜਲ ਪਾਣੀ ਛਕ ਕੇ ਫਿਰ ਜਾਣਾ ਹੈ। ਅੰਮ੍ਰਿਤ ਵੇਲੇ ਵੀ ਸੋਈਆਂ ਭੁੱਲਾਂ ਦੀ ਖਿਮਾ। ਇੱਕ ਧਾਰਨਾ 6 ਗਜ ਕੇ ਪੜ੍ਹਿਓ। ਇੱਕ ਪਹਿਲੇ ਹਿੱਸੇ 'ਚ ਦਾਸ, ਦੂਸਰੇ ਹਿੱਸੇ ਸਾਰੇ ਭਾਈ, ਤੀਸਰੇ ਹਿੱਸੇ ਵਿੱਚ ਮਾਈਆਂ ਭੈਣਾਂ ਬੀਬੀਆਂ। ਬੜੇ ਪਿਆਰ ਦੇ ਵਿੱਚ ਧਾਰਨਾ। ਕਲਗੀਧਰ ਜੀ ਕਹਿੰਦੇ ਜਿਵੇਂ ਖੰਭ ਤੀਰਾਂ ਨੂੰ ਲੈ ਗਏ ਨਾ, ਉਵੇਂ ਬਾਣੀ ਵੀ ਸੱਚਖੰਡ ਲੈ ਜੂ ਤੁਹਾਨੂੰ। ਇਸ ਕਰਕੇ ਸਿੱਖੋ, ਬਾਣੀ ਨੂੰ ਪਿਆਰ ਨਾਲ ਪੜ੍ਹਿਆ ਕਰੋ, ਪਿਆਰ ਨਾਲ ਮੰਨਿਆ ਕਰੋ। ਜਿਵੇਂ ਖੰਭ ਤੀਰਾਂ ਨੂੰ ਲੈ ਗਏ, ਬਾਣੀ ਲੈ ਜੂ ਸੱਚਖੰਡ ਨੂੰ। ਜਿਵੇਂ ਖੰਭ ਤੀਰਾਂ ਨੂੰ ਲੈ ਗਏ, ਬਾਣੀ ਲੈ ਜੂ ਸੱਚਖੰਡ ਨੂੰ। ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ, ਤੁਰ ਕੀ ਬਾਣੀ ਆਈ। ਆਓ ਬਾਣੀ ਦੇ ਲੜ ਲੱਗੀਏ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਲੋਕ ਸੁਖੀਏ ਪਰਲੋਕ ਸੇਲੇ ਕਰੀਏ, ਦਰ ਦਰ ਦੀ ਭਟਕਣਾ ਛੱਡੀਏ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਫਿਰ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ। ਸ਼ਲੋਕ 'ਚ ਪੜ੍ਹ ਕੇ ਅਰਦਾਸ ਵਿੱਚ ਸਾਰੇ ਸ਼ਾਮਲ ਹੋ। ਸ਼ਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਤਰਤ ਮਹਤ,
ਤਖਤ ਕਾਲ। ਬੋਲੋ ਵਾਹਿਗੁਰੂ